उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। अस्सलाम वालेकुम नाज़रीन, मैं हूं मुमताज़ सांवल और आप देख रहे हैं उर्दू पॉइंट। नाज़रीन, मैं इस वक्त मौजूद हूं एक डेयरी फार्म में जहां पे बड़े दिलचस्प वाक़यात हैं और बड़ी दिलचस्प बातें हैं इस डेयरी फार्म के हवाले से। एक मैं आपको बताता चलूं और उसके बाद हम पूछते हैं डेयरी फार्म के मालिक से कि वो दिलचस्प बातें कौन सी हैं जो नाज़रीन को पता होनी चाहिए। मैं आपको बताता चलूं कि ये डेयरी फार्म जो है अब 40 से 45 जो है जानवरों पर मुश्तमिल है और वो एक गाय जो है उसकी सारी पैदावार है। एक गाय की वजह से 2008 में ये गाय ख़रीदी गई और उसके बाद ये पूरे का पूरा जो डेयरी फार्म आपको नज़र आ रहा है, ये सारे का सारा डेयरी फार्म जो है इस गाय की बदौलत है। इस गाय ने बच्चे दिए और ये बच्चे जो हैं वो बड़े हो गए और इनकी वजह से जो प्रोडक्शन है आप देख सकते हैं कि कितनी खूबसूरत गाय खड़ी हैं। और ये जो गाय है इसमें बहुत सारी स्पेशलिटीज़ हैं, वो भी हम आपको बताएंगे। हम पूछते हैं जो फार्मर हैं जिन्होंने ये गाय रखी हुई है, उनसे पूछते हैं कि इस गाय में स्पेशलिटीज़ क्या हैं और आप इनको मैनेज कैसे करते हैं और कौन कौन सा चारा डालते हैं। जी, हमारे साथ मौजूद हैं इस फार्म को मैनेज करने के लिए जो मैनेजर हैं मोहम्मद रफ़ीक साहब। उनसे पूछते हैं कि आप फार्म को किस तरह से मैनेज करते हैं और आप गाय की जो स्पेशलिटीज़ हैं वो हमें बताएँ। अस्सलाम वालेकुम जी। वालेकुम सलाम जी। अच्छा जी, मैं ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਦੱਸਿਆ ਕਿ ਇਹ ਇੱਕ ਗਾਂ ਤੋਂ ਸਾਰਾ ਪਰਿਵਾਰ ਜੀ ਬਿਲਕੁਲ ਇਸ ਤਰ੍ਹਾਂ ਹੀ ਜਿਹੜਾ ਹੈ। ਅਸੀਂ ਸਭ ਤੋਂ ਪਹਿਲੇ ਇਹ ਗਾਂ ਖਰੀਦੀ ਸੀ, ਇਹ ਤੁਹਾਡੇ ਸਾਹਮਣੇ ਜੋ ਮੌਜੂਦ ਹੈ। ਇਹ ਸਭ ਤੋਂ ਮੇਰੇ ਖਿਆਲ ਸਾਡੇ ਘਰ ਦੇ ਵਿੱਚ ਹੀ ਪਹਿਲੀ ਗਾਂ ਇਹ ਆਈ ਸੀ। ਪਹਿਲੇ ਅਸੀਂ ਮੱਝ ਤੇ ਰੱਖਦੇ ਸੀ, ਬਾਕੀ ਗਾਂ ਕਦੇ ਨਹੀਂ ਘਰ ਵਿੱਚ ਆਉਣ ਦਿੱਤੀ ਸੀ। ਇਹ ਪਹਿਲੀ ਗਾਂ ਖਰੀਦੀ ਹੈ। ਉਸ ਤੋਂ ਬਾਅਦ ਮਾਸ਼ਾਅੱਲਾ ਜਿਤਨੇ ਵੀ ਖਲੇ ਨੇ ਨਾ ਉਹ ਇਸ ਦੀ ਹੈ ਨਸਲ ਦੇ ਵਿੱਚੋਂ ਔਰ ਇਸ ਦੀ ਧੀਆਂ ਤੋਂ ਫਿਰ ਅੱਗੇ ਇਹ ਨਸਲ ਵੱਧਦੀ ਗਈ ਹੈ ਤੇ ਮਾਸ਼ਾਅੱਲਾ ਸਾਰੇ ਜਿਤਨੀਆਂ ਵੀ ਖਲੀਆਂ ਨੇ ਇਸੇ ਨਸਲ ਦੀਆਂ ਹੀ ਨੇ। ਅੱਛਾ, ਮੌਜੂਦ ਖਲੀ ਹੈ ਸਾਡੇ ਕੋਲ। ਰਫੀਕ ਸਾਹਿਬ, ਇੱਕ ਗਾਂ ਜਿਹੜੀ ਹੈ ਉਹ ਮੇਰੇ ਇਲਮ ਦੇ ਮੁਤਾਬਿਕ ਜੀ ਜਿਹੜਾ ਹੈ 9 ਤੋਂ ਜ਼ਿਆਦਾ 10 11 ਸੂਏ ਦੇ ਦਿੰਦੀ ਹੈ। ਹਾਂ ਜੀ। ਇਸ ਗਾਂ ਨੇ ਕਿੰਨੇ ਸੂਏ ਦਿੱਤੇ ਜਿੰਨੀ ਇੰਨੀ ਪਰਿਵਾਰ ਇਹਦਾ ਵੱਧ ਗਿਆ? ਮੇਰੇ ਕੋਲ ਮਾਸ਼ਾਅੱਲਾ ਇਸ ਦੇ ਕੋ 22 ਸੂਏ ਹੋਏ ਖਲੇ ਜੀ। ਅੱਛਾ, 22 ਸੂਏ ਨੇ ਮੇਰੇ ਕੋਲ ਤੇ ਹੁਣ ਫਿਰ ਦੁਬਾਰਾ ਇਹ ਆਸ ਦੇ ਵਿੱਚ ਖਲੀ ਹੈ। ਇਸ ਵਕਤ ਦੁੱਧ ਵੀ ਦਿੰਦੀ ਪਈ ਮਤਵਾਤਾ। अच्छा नाज़रीन, आप ये देखें कि आप एक गाय जो है ये दुनिया का रिकॉर्ड है। मैं चेक कर रहा था, दुनिया में रिकॉर्ड है कि एक गाय जो दुनिया में ऑस्ट्रेलिया में मौजूद है उसने 39 के करीब जो है वो दिए हैं बच्चे। ठीक है, अब ये गाय जो है ये 22 से ज़्यादा तो आपके पास इसने दिए। जब आपने ख़रीदी थी उस वक्त इसकी उम्र? उस वक्त जिस वक्त खरीदी सी ना जी, उस वक्त 43,000 की मैं ये खरीदी सी। अच्छा, ਇਹ ਇਤਫਾਕ ਹੈ ਵੀ ਸਾਡੇ ਨਸੀਬ ਦੇ ਵਿੱਚ ਲਿਖੀ ਹੋਈ ਸੀ ਤੇ ਇਸ ਨੂੰ ਅਸੀਂ ਗੱਲ ਲਾਈ ਰੱਖਿਆ, ਇਹਦੀ ਮਿਹਨਤ ਖਾਤਰ ਕਰਦੇ ਰਹੇ। ਤੇ ਇਹ ਉਸ ਤੋਂ ਪਹਿਲੇ ਵੀ ਕੋਈ 4-5 ਮੇਰੇ ਖਿਆਲ ਦੇ ਵਿੱਚ ਇਹ ਸੂਈ ਹੋਵੇਗੀ। ਸਹੀ ਹੈ। ਹਾਂ, 22 ਕੋ ਸੂਏ ਤੇ ਸਾਡੇ ਕੋਲ ਆਏ ਨੂੰ ਇਸ ਨਾ ਇਹ ਸੂਏ ਨੇ ਔਰ ਇਸ ਦੇ ਕੋ ਮੈਂ ਜਾਨਵਰ ਵੇਚੇ ਵੀ ਨੇ ਤੇ ਇਹ ਜਿਤਨੇ ਵੀ ਇਹ ਖਲੇ ਨੇ ਇਹ ਇਸੇ ਦੀ ਨਸਲ ਦੇ ਵਿੱਚ ਖਲੇ ਨੇ ਤੇ ਇਹ ਹੋਈ ਇਹਦੇ ਕਿਹੜੇ ਕੋਈ ਬੱਚੀਆਂ ਨੇ, ਕੋਈ ਉਸ ਉਹਨਾਂ ਦੀਆਂ ਬੱਚੀਆਂ ਨੇ ਅਗਾ ਇਸੇ ਤਰ੍ਹਾਂ ਵੱਧਦੇ ਗਏ ਨੇ, ਕੋਈ ਵੱਛੇ ਵੇਚ ਬੁਝ ਲਏ ਨੇ। ਅੱਛਾ, ਤੁਸੀਂ ਇਹ ਪੂਰਾ ਡੇਅਰੀ ਫਾਰਮ ਜਿਹੜਾ ਹੈ ਇੱਕ 43,000 ਤੋਂ ਚਲਾ ਦਿੱਤਾ? ਹਾਂਜੀ, 43,000 ਤੋਂ ਬਿਲਕੁਲ। ਪਹਿਲੇ ਮੁਲਾਜ਼ਮਤ ਕਰਦੇ ਸਨ ਇਸੇ ਤਰ੍ਹਾਂ, ਫਿਰ ਆਪਣੀ ਘਰ ਦੀ ਕਰਨ ਲੱਗ ਪਏ ਤੇ ਅੱਲਾ ਦੀ ਜ਼ਾਤ ਪਾ ਨੇ ਇਹਨਾਂ ਦੇ ਵਿੱਚ ਫਜ਼ਲ ਕਰ ਦਿੱਤਾ। ਅੱਛਾ, ਤੁਸੀਂ ਇੱਕ ਗਾਂ ਦੇ ਬਾਰੇ ਦੱਸ ਰਿਹਾ ਸੀ ਕਿ ਇਹ ਗਾਂ ਜਿਹੜੀ ਸੀ ਹਾਲੇ ਸਰ ਨਹੀਂ ਹੋਈ ਸੀ ਬਿਲਕੁਲ ਤੇ ਇਹ ਦੁੱਧ ਦਿੰਦੀ ਸੀ। ਇਹ ਕੀ ਵਾਕਿਆ ਸੀ? ਇਹ ਇਸ ਤਰ੍ਹਾਂ ਵੀ ਛੋਟੀ ਜਿਹੀ ਵੱਛੀ ਸੀ, ਤਕਰੀਬਨ ਇਸ ਦੀ ਉਮਰ ਕੋਈ ਸਾਲ ਤੋਂ ਕੋਈ 2 ਮਹੀਨੇ ਉੱਤੇ ਹੀ ਹੋਵੇਗੀ ਤੇ ਇਹ ਅੱਲਾ ਦੇ ਇੱਕ ਅਮਰ ਹੀ ਹੈ। ਅਸੀਂ ਤਾਂ ਸਮਝਦੇ ਹਾਂ ਇਸ ਨੂੰ ਛੋਟੇ ਜਿਹੜੇ ਬੱਚੇ ਨੇ ਨਾ, ਇਹ ਜੋ ਨਸਲ ਹੈ ਨਾ, ਇਹ ਅੱਲਾ ਦਾ ਇੱਕ ਖਾਸ ਫਜ਼ਲ ਵੀ ਬੱਚੇ ਇੱਕ ਦੂਸਰੇ ਨੂੰ ਨਾ ਉਹ ਥੱਲੇ ਪੈ ਹੋ ਜਾਂਦੇ ਸਨ ਤੇ ਖੁਦਾ ਦੇ ਅਮਰ ਨਾਲ ਹੀ ਇਸ ਨੂੰ ਲਿਵਾ ਬਣਾਈ। ਅੱਛਾ, ਤੇ ਇੱਕ ਦਿਨ ਮੈਂ ਚੈੱਕ ਕੀਤੀ ਨਾ ਤੇ ਇਸ ਉਹ ਥਣਾ ਵੀ ਦੁੱਧ ਹੋਵੇ। ਅੱਛਾ, ਤੇ ਉਹ ਮੈਂ ਚੋਵਣ ਲੱਗ ਪਿਆ ਤੇ ਉਹ 2 ਕਿਲੋ ਦੁੱਧ ਕਿਹੜੇ ਸਵੇਰ ਤੇ 2 ਕਿਲੋ ਸ਼ਾਮ ਮੈਨੂੰ ਦੇਣ ਲੱਗ ਪਈ। ਇਸ ਤਰ੍ਹਾਂ ਮੇਰੇ ਕੋਲ ਬੰਦੇ ਵੇਖਣ ਵਾਸਤੇ ਆਉਂਦੇ ਨਾ ਉੱਤੋਂ ਬਾਹਰੋਂ ਤੇ ਉਹ ਯਕੀਨ ਨਹੀਂ ਕਰਦੇ ਸਨ ਤੇ ਮੈਂ ਕਿਹਾ ਯਾਰ ਤੁਹਾਡੇ ਸਾਹਮਣੇ ਇਹ ਵੱਛੀ ਤਾਂ ਹੈ ਵੀ ਇਸ ਨੂੰ ਤੁਸੀਂ ਵੇਖਦੇ ਨਹੀਂ ਪਏ ਵੀ ਕਿਤਨੀ ਕੁ ਉਮਰ ਦੀ ਹੈ ਤੇ ਅਗਰ ਥੱਲੋਂ ਵੇਖਦੇ ਸਨ ਤਾਂ ਆਹ ਨਹੀਂ ਇਹ ਆਸ ਹੋਈ ਹੈ ਤੇ ਤੂੰ ਇਹ ਗਲਤ ਬੋਲਣਾ ਹੈ। ਮੈਂ ਕਿਹਾ ਨਹੀਂ ਯਾਰ, ਇਹ ਵੱਛੀ ਹੈ ਮੇਰੇ ਕੋਲੋਂ ਘਰ ਜਾਮੇ ਤੇ ਉਸ ਤੋਂ ਬਾਅਦ ਉਹ ਸਾਲ ਬਾਅਦ ਆਸ ਹੋਈ ਸੀ। ਸਹੀ। ਤੇ ਪਹਿਲੇ ਦੁੱਧ ਦਿੰਦੀ ਸੀ। ਇਸ ਦੀ ਨਸਲ ਮਾਸ਼ਾਅੱਲਾ ਇਸ ਤਰ੍ਹਾਂ ਦੀ ਹੈ
ਜਿਸ ਤਰ੍ਹਾਂ ਉਹ ਗਾਂ ਖੜੀ ਸਾਹਮਣੇ ਉਹ ਵੀ ਮਾਸ਼ਾਅੱਲਾ ਇੱਕ ਦਿਨ ਹੀ ਪਿਛਲੇ ਸੂਏ ਤੋਂ ਲਾ ਕੇ ਅੱਜ ਤੱਕ ਦੁੱਧ ਤੋਂ ਦੌੜੀ ਮਤਵਾਤਰ ਦੁੱਧ ਦੇ ਰਹੀ ਹੈ। ਹੁਣ ਵੀ 11-12 ਲੀਟਰ ਇੱਕ ਟਾਈਮ ਦਾ ਮੈਂ ਦੁੱਧ ਚੋ ਰਿਹਾ ਇਸ ਦਾ। ਅੱਛਾ, ਉਹ ਇੱਕ ਜਿਹੜੀ ਆਖਰ ਤੇ ਵੱਛੀ ਖੜੀ ਹੈ, ਹਾਂਜੀ ਹਾਂਜੀ, ਉਹਦੇ ਬਾਰੇ ਤੁਸੀਂ ਦੱਸ ਰਿਹਾ ਸੀ ਵੀ ਇਹ ਵੱਛੀ ਜਿਹੜੀ ਹੈ ਇਹ ਪਹਿਲੇ 1 ਕਿਲੋ ਦੁੱਧ ਦਿੰਦੀ ਸੀ ਹਾਂਜੀ, ਤੇ ਨਾਲ ਇਹ ਸਰ ਵੀ ਸੀ। ਬਿਲਕੁਲ। ਇਹ ਕੀ ਵਾਕਿਆ ਸੀ? ਮੈਂ ਤੁਹਾਨੂੰ ਇੱਕ ਅਰਜ਼ ਕਰਾਂ, ਇਹ ਬੈਕ ਸਾਈਡ ਤੇ ਇਹ ਖਲੀ ਹੈ, ਹਾਂ ਇਹ ਵੀ ਇਸੇ ਤਰ੍ਹਾਂ ਤੁਸੀਂ ਯਕੀਨ ਮੰਨੋ ਵੀ ਇਹ ਜੋ ਬੰਦੇ ਸੁਣਦਾ ਸੀ ਨਾ ਹਾਂ ਉਹ ਖੁਦ ਵੇਖਣ ਆਉਂਦਾ ਸੀ ਵੀ ਯਾਰ ਇਹ ਕਿਸ ਤਰ੍ਹਾਂ ਇਹ ਹੋ ਸਕਦਾ, ਇਹ ਗਲਤ ਬੋਲਦੇ ਨੇ, ਸਹੀ। ਤੇ ਉਹ ਖੁਦ ਵੇਖ ਕੇ ਔਰ ਦੁੱਧ ਕੱਢ ਕੇ ਉਹਨਾਂ ਚੈੱਕ ਕੀਤਾ ਵੀ ਵਾਕਿਆ ਯਾਰ ਇਸ ਤਰ੍ਹਾਂ ਹੈ। ਤੇ ਇਹ ਜਿਸ ਵਕਤ ਗਾਲਬਨ ਇਥੋਂ ਨਾ ਮੁਲਾਜ਼ਮ ਸਨ, ਕੋਈ ਸਰਕਾਰੀ ਮੁਲਾਜ਼ਮ ਵੀ ਉਹ ਵੀ ਆਏ ਤੇ ਉਹਨਾਂ ਵੀ ਇਸ ਤਰ੍ਹਾਂ ਮੂਵੀ ਇਹਨਾਂ ਬਣਾ ਲਗਾਏ ਤੇ ਹਾਂ ਨਹੀਂ ਯਾਰ ਇੰਜ ਹੋ ਨਹੀਂ ਸਕਦਾ ਵੀ ਅਜੇ ਬੱਚੀ ਹੈ ਤੇ ਇਹ ਦੁੱਧ ਕਿਵੇਂ ਦੇ ਸਕਦੀ ਹੈ। ਸਹੀ। ਅੱਛਾ, ਤੁਸੀਂ ਇਹਦੇ ਵਾਸਤੇ ਕੀ ਇਸਤੇਮਾਲ ਕਰਦੇ ਹੋ ਖੁਰਾਕ ਦੇ ਤੌਰ ਤੇ? ਖੁਰਾਕ ਦੇ ਤੌਰ ਤੇ ਜਨਾਬ ਅਸੀਂ ਇਸ ਨੂੰ ਸਬਜ਼ ਚਾਰਾ ਵੀ ਇਸਤੇਮਾਲ ਕਰਨੇ ਆ। ਪਹਿਲੀ ਦਫਾ ਅਸੀਂ ਸੈਲੇਜ ਇਸ ਦਾ ਸ਼ੁਰੂ ਕੀਤਾ ਹੈ ਹੁਣ, ਤੇ ਵੈਸੇ ਤਾਂ ਅੱਛੀ ਖੁਰਾਕ ਪਾਉਣ ਦੀ ਕੋਸ਼ਿਸ਼ ਕਰਨੇ ਆ। ਕਮਾਦ ਵੀ ਹਰ ਸਾਲ ਹੀ ਇਸ ਨੂੰ ਅਸੀਂ ਨਾ ਉਹ ਕਾਸ਼ਤ ਕਰਨੇ ਆ ਤੇ ਉਹ ਵੀ ਇਹ ਵਿੱਚ ਮਿਲਾ ਕੇ ਨਾ ਇਹਨਾਂ ਨੂੰ ਪਾਣੇ। ਅੱਛਾ, ਜਿਹੜਾ ਆਪਣਾ 43,000 ਤੋਂ ਸ਼ੁਰੂ ਕੀਤਾ ਹੋਇਆ ਕਾਰੋਬਾਰ, ਜੀ, ਜਿਹਦੇ ਵਿੱਚ ਹੁਣ ਮਾਸ਼ਾਅੱਲਾ 45 ਤੋਂ ਜ਼ਿਆਦਾ ਡੰਗਰ ਜਿਹੜੇ ਨੇ ਸਾਨੂੰ ਯਕੀਨ ਮੰਨੋ ਮੈਂ ਤੁਹਾਨੂੰ ਇੱਕ ਬੜੀ ਅੱਲਾ ਦੀ ਜ਼ਾਤ ਦੇ ਵੱਖਰੇ ਅਸੀਂ ਤਕਰੀਬਨ ਜਿਸ ਵਕਤ ਸ਼ੁਰੂ ਕੀਤਾ ਨਾ ਜੀ ਇਹ ਆਤਾ ਸ਼ਾਤਾ ਅਸੀਂ ਕਮੋ ਬੇਸ਼ ਕੋ 30-40 ਲੱਖ ਦੇ ਮਕਰੂਜ਼ ਸਾਂ। ਅੱਛਾ। ਔਰ ਇਹ ਗਾਂ ਪਹਿਲੇ ਮੈਂ ਲਈ ਸੀ, ਮੈਂ ਲਾਹੌਰ ਮੁਲਾਜ਼ਮਤ ਕਰਦਾ ਸਾਂ ਪ੍ਰਾਈਵੇਟ। ਇਹ ਗਾਂ ਲਈ ਸੀ, ਮੇਰੇ ਜੇਬ ਦੇ ਵਿੱਚ ਖਰਚ ਨਹੀਂ ਹੁੰਦਾ ਸੀ ਤੇ ਮੈਂ ਇਹਦਾ ਦੁੱਧ ਵੇਚ ਕੇ ਆਦਾ ਖਰਚ ਪੂਰਾ ਕਰਦਾ ਸੀ। ਸਹੀ ਹੈ। ਇਸ ਪਾਸੇ ਖਿਆਲ ਜਾਂ ਰੁਝਾਨ ਮੇਰਾ ਨਹੀਂ ਸੀ, ਇਹ ਖੁਦਾ ਦੀ ਤਰਫੋਂ ਹੀ ਇਹ ਇੱਕ ਨਾ ਸਾਡਾ ਇੱਕ ਕਾਰੋਬਾਰ ਦਾ ਵਸੀਲਾ ਬਣਨਾ ਸੀ ਤੇ ਇਹ ਇਸ ਤੋਂ ਅਗਰ ਨਸਲ ਵੱਧ ਗਈ ਤੇ ਅਸੀਂ ਇਸ ਪਾਸੇ ਸਾਡੀ ਰਗਬਤ ਬਣ ਗਈ। ਅਸੀਂ ਇਹਨਾਂ ਦੀ ਮਿਹਨਤ ਕਰਦੇ ਰਹੇ, ਉਹ ਅੱਲਾ ਦੀ ਜ਼ਾਤ ਸਾਨੂੰ ਇਹਦੇ ਨਵਾਜ਼ੇ। ਅੱਜ ਅਸੀਂ ਕਰਜ਼ੇ ਤੋਂ ਵੀ ਪਾਕ ਹੈ ਔਰ ਮਾਸ਼ਾਅੱਲਾ ਸਾਡੇ ਕੋਲ ਜਾਨਵਰ ਵੀ ਖੜੇ ਨੇ ਔਰ ਇਹ ਘਰ ਦਾ ਨਿਜ਼ਾਮ ਵੀ ਇਹਦਾ ਤੋਂ ਚੱਲਦਾ ਪਿਆ, ਬਿਜਲੀ ਦੇ ਬਿੱਲ ਵੀ ਇਸ ਤੋਂ ਚੱਲਦੇ ਪਏ ਨੇ ਤੇ ਸਾਰਾ ਸਿਸਟਮ ਅੱਲਾ ਦੀ ਜ਼ਾਤ ਦਾ ਬੜਾ ਇਹਸਾਨ ਹੈ ਵੀ ਸਾਡਾ ਹੁਣ ਸਹੀ ਹੈ। ਅੱਛਾ, ਹੁਣ ਜਿਹੜਾ 40 ਤੋਂ ਜ਼ਿਆਦਾ ਡੰਗਰ ਆਪਣੇ ਕੋਲ ਖੜਾ ਹੈ, ਜੀ ਜੀ, ਇਹ ਕਿੰਨੀ ਕੁ ਮਤਲਬ ਮਹੀਨੇ ਦੀ ਕਿੰਨੀ ਕੁ ਇਹਦੀ ਕਮਾਈ ਹੈ? ਮਹੀਨੇ ਵਿੱਚ ਕਿੰਨਾ ਕੁ ਕਮਾ ਲੈਨੇ ਆ ਜਾਂ ਮਤਲਬ ਮਹੀਨੇ ਜੀ ਸਾਰਾ ਅਸੀਂ ਹਫਤੇ ਬਾਅਦ ਸਾਡਾ ਹਿਸਾਬ ਹੁੰਦਾ ਹੈ। ਸਾਨੂੰ 35-40 ਹਜ਼ਾਰ ਰੁਪਏ ਕਿਹੜੇ ਨਾ ਹਫਤੇ ਦਾ ਇਹਨਾਂ ਦਾ ਖਰਚਾ ਕੱਢ ਕੇ ਸਾਡੀ ਉਹ ਮਿਹਨਤ ਦੀ ਸ਼ਕਲ ਤੁਸੀਂ ਸਮਝ ਲਓ ਜਾਂ ਪ੍ਰੋਫਿਟ ਸਮਝ ਲਓ ਜਾਂ ਸਾਡੀ ਘਰ ਮਜ਼ਦੂਰੀ ਲੱਗੀ ਖੜੀ ਹੈ। ਸਹੀ ਹੈ। ਹਾਂ, 35-40 ਹਜ਼ਾਰ ਰੁਪਏ ਸਾਨੂੰ ਇਹ ਦਿੰਦੀਆਂ ਨੇ ਹਰ ਮਹੀਨੇ। ਖਰਚਾ ਇਹਨਾਂ ਦਾ ਵੰਡੇ ਛੰਡੇ ਦਾ ਜਾਂ ਉਹਨਾਂ ਮੁਲਾਜ਼ਮ ਦਾ ਜਾਂ ਆਦੀ ਮਿਹਨਤ ਮੁਸ਼ੱਕਤ ਕੱਢ ਕੇ ਸਾਨੂੰ ਇਹਨਾਂ ਦਿੰਦੀਆਂ ਨੇ। ਯਾਨੀ ਕਿ ਇੱਕ ਬੰਦਾ ਜਿਹੜਾ ਹੈ ਉਹ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਸਟਾਰਟ ਕਰਨਾ ਚਾਹਵੇ, ਤੁਸੀਂ ਇਹ ਸਮਝਦੇ ਹੋ ਡੇਅਰੀ ਫਾਰਮਿੰਗ ਜਿਹੜੀ ਹੈ ਬਹੁਤ ਅੱਛੀ, ਉਹ ਇੱਕ ਗਾਇ ਤੋਂ ਵੀ ਉੱਤੇ ਜਾ ਸਕਦੀ ਹੈ। ਬਿਲਕੁਲ ਜਾ ਸਕਦੀ ਹੈ ਔਰ ਮਿਹਨਤ ਤਲਬ ਹੈ, ਮਗਰ ਇਸ ਨਾਲ ਵਫਾ ਕੀਤੀ ਜਾਵੇ ਤੇ ਫਿਰ ਅੱਲਾ ਦੀ ਜ਼ਾਤ ਇਸ ਤੇ ਬੜਾ ਕੁਛ ਇਸੇ ਨਵਾਜ਼ਦਾ ਹੈ ਤੇ ਬਹੁਤ ਕੁਛ ਇਸੇ ਛੁਪਿਆ ਹੋਇਆ ਹੈ। ਮਗਰ ਈਮਾਨਦਾਰੀ ਨਾਲ ਇਸ ਤੇ ਮਿਹਨਤ ਕੀਤੀ ਜਾਵੇ ਔਰ ਖੁਦਾ ਦੀ ਜ਼ਾਤ ਪਾਕ ਉਹਨੂੰ ਨਵਾਜ਼ ਸੀ। ਅਸੀਂ ਇਹ ਆਖਾਂਗੇ। ਬਿਲਕੁਲ ਸਹੀ ਹੈ। ਅੱਛਾ, ਇਹ ਜਿਹੜੀ ਗਾਂ ਹੈ ਹੁਣ ਵੀ ਤੁਸੀਂ ਦੱਸ ਰਹੇ ਹੋ ਵੀ ਇਹ ਨਵੇਂ ਦੁੱਧ ਹੋਈ ਹੋਈ ਹੈ, ਨਵੇਂ ਦੁੱਧ ਠੀਕ ਹੈ, ਔਰ ਦੁੱਧ ਵੀ ਦੇ ਰਹੀ ਹੈ। ਅੱਛਾ, ਇਹ ਬੜੀ ਲਿੱਸੀ ਜੀ ਨਜ਼ਰ ਆ ਰਹੀ ਹੁਣ ਇਸ ਤਰ੍ਹਾਂ ਦੀ ਉਮਰ ਦਾ ਕਿਹੜੀ ਨਾ, ਪਹਿਲੇ ਨੰਬਰ ਤੇ ਸਾਡੀ ਇਸ ਨੂੰ ਜਿਹੜੀ ਖੁਰਾਕ ਹੈ ਨਾ ਉਹ ਸਹੀ ਨਹੀਂ, ਕਿਉਂ ਸੈਲੇਜ ਤੇ ਅਸੀਂ ਪਹਿਲੇ ਨਹੀਂ ਸੀ, ਇਸ ਦੀ ਖੁਰਾਕ ਪੂਰੀ ਨਹੀਂ ਮਿਲੀ ਇਸ ਨੂੰ। ਫਿਰ ਇਹ ਕੁਝ ਮੇਰੇ ਖਿਆਲ ਨਾਲ ਇੱਕ ਬਿਮਾਰ ਵੀ ਰਹੀ ਹੈ, ਉਸ ਤੋਂ ਬਾਅਦ ਥੋੜੀ ਲਿਚਕੀ ਹੈ ਜਾਂ ਕਮਜ਼ੋਰ ਹੋਈ ਹੈ, ਪਹਿਲੇ ਨਹੀਂ ਸੀ, ਪਹਿਲੇ ਬਿਹਤਰ ਸੀ। ਉਮੀਦ ਹੈ ਵੀ ਹੁਣ 1-2 ਮਹੀਨੇ 'ਚ ਮੌਸਮ ਬਿਹਤਰ ਹੋਣ ਦੀ ਵਜ੍ਹਾ ਤੋਂ ਨਾ ਇਹ ਸਹੀ ਹੋ ਜਾਸੀ। ਅੱਛਾ, ਹੁਕੂਮਤ ਦੀਆਂ ਕੋਈ ਟੀਮਾਂ ਆਉਂਦੀਆਂ ਨੇ ਜਿਹੜੀਆਂ ਵੈਕਸੀਨੇਸ਼ਨ ਕਰ ਰਹੇ ਨੇ? ਆਉਂਦੀਆਂ ਨੇ ਜੀ, ਬਿਲਕੁਲ ਆਉਂਦੀਆਂ ਨੇ ਔਰ ਸਾਡੇ ਨਾਲ ਜੋ ਕੁਝ ਗੌਰਮੈਂਟ ਦੀ ਤਰਫੋਂ ਉਹਨਾਂ ਨੂੰ ਮਿਲਦਾ ਹੈ ਨਾ ਉਹ ਸਾਨੂੰ ਟ੍ਰੀਟਮੈਂਟ ਦਿੰਦੇ ਨੇ। ਡਾਕਟਰ ਟੀਕੇ ਮੂੰਹ ਖੋਰ ਜਾਂ ਗਲ ਘੋਟੂ ਦੇ ਜਾਂ ਹੋਰ ਕੋਈ ਬਿਮਾਰੀ ਜੋ ਹਕੂਮਤ ਦੇ ਤਰਫੋਂ ਹੋਵੇ ਉਹ ਸਾਨੂੰ ਬਿਲਕੁਲ ਦਿੰਦੇ ਨੇ। ਅੱਜ ਵੀ ਆਏ ਸੀ। ਅੱਛਾ, ਹਾਂ ਜੀ, ਅੱਜ ਵੀ ਆਏ ਸੀ। ਅੱਛਾ, ਇਹ ਜਿਹੜੇ ਮਤਲਬ ਹੈ ਬਹੁਤ ਸਾਰੇ ਜਗ੍ਹਾ ਤੇ ਐਸਾ ਹੁੰਦਾ ਹੈ ਵੀ ਡੇਅਰੀ ਫਾਰਮ ਬਣਾਉਂਦੇ ਹਨ ਤੇ ਉਸ ਤੋਂ ਬਾਅਦ ਬਿਮਾਰੀ ਕੋਈ ਇਸ ਤਰ੍ਹਾਂ ਦੀ ਪੈਂਦੀ ਹੈ, ਵਬਾ ਹੀ ਪੈਂਦੀ ਹੈ, ਬੜਾ ਨੁਕਸਾਨ ਹੋ ਜਾਂਦਾ। ਇਸ ਤਰ੍ਹਾਂ ਦਾ ਕੋਈ ਐਸਾ ਵਾਕਿਆ ਜੋ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਅੱਜ ਤੱਕ ਨਹੀਂ? ਬਿਮਾਰੀ ਤੇ ਹਰ ਆ ਜਾਂਦੀ ਹੈ, ਬਿਮਾਰੀ ਹੁੰਦੀ ਰਹਿੰਦੀ ਹੈ, ਮਗਰ ਅੱਲਾ ਦਾ ਇਹਸਾਨ ਹੈ ਕੁਝ ਮਰਨ ਵੀ ਜ਼ਿੰਦਗੀ ਮੌਤ ਫਿਰ ਨਾਲ ਹੀ ਚੱਲਦਾ ਰਹਿੰਦਾ ਹੈ। ਮਰੀਆਂ ਵੀ ਕਾਫੀ ਨੇ, ਬੱਚੇ ਵੀ ਮਰ ਜਾਂਦੇ ਨੇ, ਟ੍ਰੀਟਮੈਂਟ ਵੀ ਕਰੀਦੀ ਹੈ, ਇਹਨਾਂ ਦੀ ਕੇਅਰ ਵੀ ਅੱਛੀ ਕਰੀਦੀ ਹੈ, ਇਹਨਾਂ ਦੀ ਦੇਖਭਾਲ ਪਾਣੀ ਸਾਏ ਧੁੱਪ ਦਾ ਹਰ ਤਰ੍ਹਾਂ ਦਾ ਖਿਆਲ ਰੱਖੀਦਾ ਹੈ, ਮਗਰ ਜ਼ਿੰਦਗੀ ਮੌਤ ਤਾਂ ਖੁਦਾ ਦੀ ਜ਼ਾਤ ਦੇ। ਇਹਦੇ ਵਿੱਚ ਹੁਣ ਤੁਸੀਂ ਪ੍ਰੋਡਕਟ ਕੀ ਲੈ ਰਹੇ ਹੋ? ਦੁੱਧ ਸਿਰਫ ਲੈ ਰਹੇ ਹੋ? ਮੱਖਣ ਵਗੈਰਾ? ਮੱਖਣ ਵਗੈਰਾ ਨਹੀਂ ਜੀ, ਮੱਖਣ ਵਾਸਤੇ 2 ਮੱਝਾਂ ਰੱਖੀਆਂ ਇਹਨਾਂ ਘਰ ਵਾਸਤੇ, ਉਹਨਾਂ ਤੋਂ ਮੱਝਾਂ ਦਾ ਘਰ ਜਾਵੇਗਾ
ਤੇ ਇਹਨਾਂ ਦਾ ਦੁੱਧ ਵੇਚ ਕੇ ਤਾਂ ਅਸੀਂ ਆਪਣਾ ਸਰਕਲ ਚਲਾਉਂਦੇ ਹਾਂ। ਸਹੀ ਹੈ। ਅੱਛਾ, ਕੋਈ ਪੈਗਾਮ ਜਿਹੜਾ ਪਾਕਿਸਤਾਨ ਦੇ ਵਿੱਚ ਅੱਜ ਤੁਸੀਂ ਸਮਝਦੇ ਹੋ ਵੀ ਮਾਸ਼ੀਅਤ ਦਾ ਲੋਕ ਇਹ ਕਹਿੰਦੇ ਨੇ ਵੀ ਮੇਰੇ ਹਾਂ ਖਿਆਲ ਹੈ ਜੇ ਅਗਰ ਕੋਈ ਜ਼ਿਮੀਂਦਾਰ ਹੈ ਕਿਸੇ ਦਾ ਹੈ ਨਾ ਤਾਂ ਉਹ ਜਾਨਵਰ ਤੋਂ ਬਗੈਰ ਨਹੀਂ। ਸਹੀ ਹੈ। ਜਾਨਵਰ ਰੱਖਣਾ ਚਾਹੀਦੇ ਨੇ ਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਤੇ ਉਸ ਘਰ ਦਾ ਅੱਛਾ ਖਾਸਾ ਨਿਜ਼ਾਮ ਔਰ ਸਿਸਟਮ ਚੱਲ ਸਕਦਾ। ਮਗਰ ਮੈਂ ਸਮਝਣਾ ਵੀ ਜ਼ਿਮੀਂਦਾਰ ਦੇ ਵਿੱਚ ਨਹੀਂ ਹੈ। ਸਾਡੇ ਕੋਲ ਤਕਰੀਬਨ 7-8 ਏਕੜ ਦੇ ਅਸੀਂ ਮਾਲਕ ਹੈ। ਜੇ ਅਗਰ ਅਸੀਂ ਐਵਰੇਜ ਕੱਢੀਏ ਜਾਂ ਕੈਲਕੂਲੇਸ਼ਨ ਕਰੀਏ ਤੇ ਸ਼ੱਕ ਨਹੀਂ ਜਾਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਇੱਕ ਮੁਰੱਬਾ ਜਾਂ 2 ਮੁਰੱਬੇ ਦੀ ਕਿਹੜੀ ਜ਼ਿਮੀਂਦਾਰ ਕਰਦਾ ਉਸ ਤੋਂ ਇਹ ਬਿਹਤਰ ਹੈ। ਬਿਹਤਰ ਹੈ। ਹਾਂ। ਅੱਛਾ, ਜਿਹੜੇ ਲੋਕ ਸ਼ਿਕਵਾ ਹਰ ਟਾਈਮ ਕਰਦੇ ਰਹਿੰਦੇ ਹਨ, ਵੈਸੇ ਵੀ ਤੁਸੀਂ ਹਕੂਮਤ ਦੇ ਨਾਂ ਕੋਈ ਪੈਗਾਮ ਦੇਣਾ ਚਾਹੋ ਵੀ ਸਾਡੇ ਜਿਹੜੇ ਮਸਾਇਲ ਹਨ, ਮਿਸਾਲ ਤੋਂ ਡੰਗਰ ਦੇ ਹਵਾਲੇ ਨਾਲ ਜਾਂ ਦੁੱਧ ਦੀ ਕੀਮਤਾਂ ਦੇ ਹਵਾਲੇ ਨਾਲ ਕੋਈ ਐਸਾ? ਦੁੱਧ ਦੀ ਕੀਮਤ ਪਹਿਲੇ ਬਿਲਕੁਲ ਸਾਨੂੰ ਕੋਈ ਐਸੀ ਨਾ ਬੈਨੀਫਿਟ ਨਹੀਂ ਮਿਲਦਾ ਸੀ ਪਹਿਲੀ ਹਕੂਮਤਾਂ 'ਚ। ਹੁਣ ਆ ਕੇ ਜਿਸ ਵਕਤ ਖੁਸ਼ਕ ਦੁੱਧ ਬੰਦ ਹੋਇਆ ਨਾ ਜੀ, ਬਾਹਰ ਤੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ, ਸਾਡੇ ਦੁੱਧ ਦੀ ਕੁਝ ਡਿਮਾਂਡ ਹੋਈ ਹੈ। ਸਹੀ ਹੈ। ਹੁਣ ਕੋਈ ਕਦਰ ਨਾ ਸਾਡਾ ਵੇਖਦਾ ਪਿਆ। ਅਸੀਂ ਸਮਝਦੇ ਸੀ ਪਹਿਲੇ ਤੇ ਇਸ ਹੱਦ ਤੱਕ ਅਸੀਂ ਇਸ ਤੋਂ ਬਾਅਦ ਜਾਣ ਹੋ ਜਾਂਦੇ ਸੀ ਵੀ ਨੈਸਲੇ ਕੰਪਨੀ ਹੈ ਜਾਂ ਐਂਗਰੋ ਹੈ, ਉਹ ਜੋ ਸਾਡੇ ਕੋਲ ਖਰੀਦਦਾਰੀ ਕਰਨ ਵਾਸਤੇ ਆਉਂਦੀ ਸੀ ਨਾ, ਜਿਸ ਵਕਤ ਜ਼ਿਆਦਾ ਦੁੱਧ ਹੁੰਦਾ ਸੀ ਸਾਡੇ ਕੋਲ 38-40 ਰੁਪਏ ਉਹ ਸਾਨੂੰ ਉਸ ਹੀ ਦਿੰਦੇ ਸਨ। ਅਸੀਂ ਆਂਦੇ ਉਹਨਾਂ ਦੇ ਪਾਣੀ ਕਿਹੜਾ 60 ਰੁਪਏ ਲੀਟਰ ਤੇ ਸਾਡੇ ਦੁੱਧ ਦੀ ਕੀਮਤ 38-40 ਰੁਪਏ। ਮਗਰ ਹੁਣ ਆ ਕੇ ਸਾਡੇ ਦੁੱਧ ਦੀ ਰੇਟ ਕੋਈ ਮੁਨਾਸਬ ਹੈ ਔਰ ਸਾਨੂੰ ਇਹਦਾ ਬੈਨੀਫਿਟ ਮਿਲਦਾ ਹੈ ਇਸ ਹਕੂਮਤ ਵਿੱਚ ਆ ਕੇ। ਅੱਛਾ ਜੀ, ਇਹ ਹੁਣ ਇਥੋਂ ਖਰੀਦਦਾਰੀ ਤੁਹਾਡੇ ਕੋਲੋਂ ਦੁੱਧ ਇਥੋਂ ਆ ਕੇ ਚੀਜ਼ਾਂ ਇਥੋਂ ਆ ਕੇ ਉਠਾਉਂਦੇ ਨੇ। ਬਿਲਕੁਲ ਹਾਂਜੀ। ਅੱਛਾ, ਇਹ 40 ਡੰਗਰ ਜਿਹੜਾ ਤੁਸੀਂ ਰੱਖਿਆ ਹੋਇਆ ਇਹਦੇ ਵਾਸਤੇ ਤੁਸੀਂ ਜਿਹੜਾ ਸਬਜ਼ ਚਾਰਾ ਹੈ ਜੀ ਉਹ ਕਿੰਨੇ ਏਕੜ ਕਾਸ਼ਤ ਕਰਦੇ ਨੇ? ਅਸੀਂ ਪਹਿਲੇ ਤੇ ਜਨਾਬ 5 ਏਕੜ ਕਰਦੇ ਸੀ, 6 ਏਕੜ 5 ਏਕੜ ਇੱਥੇ ਸਾਡੇ। ਮਗਰ ਹੁਣ ਇਸ ਵਕਤ 1 ਕਿੱਲਾ ਸਾਡੇ ਕੋਲ ਕਮਾਨ ਦਾ ਹੈ ਏਕੜ ਤੇ ਕੋਈ 6 ਏਕੜ ਦਾ ਸਾਡੇ ਕੋਲ ਬਣਿਆ ਵਾ ਸੈਲਜ ਹੈ। ਇਸੇ ਤਰ੍ਹਾਂ ਹੀ ਫਿਰ ਕੋਈ ਖੁਸ਼ਕ ਚਾਰਾ ਬੋਂ ਦੀ ਸ਼ਕਲ ਵਿੱਚ ਰੱਖਿਆ ਵਾ। बहुत शुक्रिया जी रफ़ीक साहब, तुहाडे नाल मिल के बहुत सारी मालूमात मिलियां। नाजरीन, डेयरी फार्मिंग जो है पाकिस्तान का एक बेहतरीन आप कह सकते हैं कि पाकिस्तान में आज अगर कोई मुनाफा बख्श चीज़ है तो डेयरी फार्मिंग है। जो लोग देहातों में रहते हैं उनके लिए ये बहुत बड़ा कारोबार है। जो लोग ये शिकवा करते हैं कि कारोबार नहीं है, नौकरियां नहीं मिल रही, उनके लिए मोहम्मद रफ़ीक साहब का पैगाम मैंने आपके साथ शेयर कर दिया था कि उन्होंने 40 से 45 हज़ार की मालियत से एक गाय ख़रीदी और जो है वो 5 सालों में 10 सालों में उन्होंने एक हैंडसम आप देख सकते हैं कि डेयरी फार्म जो है बना हुआ है। इसमें कोई ऐसा ऑटोमेटिक सिस्टम नहीं लगा हुआ, कोई ऐसी टेक्नोलॉजी का इस्तेमाल नहीं है, सिर्फ़ और सिर्फ सारी चीज़ें मैनुअली वो इसको अरेंज करते हैं। आप अगर देखें तो एक बड़ा सा खूबसूरत सा माहौल उन्होंने बनाया हुआ है। एक आपको 1/2 एकड़ जो है वो ज़मीन चाहिए और उसके ऊपर अगर आप डेयरी फार्मिंग करते हैं तो ये बहुत बड़ा मुनाफा बख्श कारोबार है। गाय आप रखें, उसके अलावा आपको जो है ख़ालिस दूध मिलेगा और ख़ालिस दूध के साथ साथ आप जो है वो तंदुरुस्त और तवाना भी रहेंगे और दूसरे लोगों को भी ख़ालिस दूध जो है प्रोवाइड कर सकेंगे। एक नई वीडियो के साथ दोबारा हाज़िर होंगे। अब देखते रहिए उर्दू पॉइंट। बहुत बहुत शुक्रिया।